ਸਰਕਾਰ ਦੇ ਕੰਨ ਤੇ ਜੂੰ ਸਰਕਾਉਣ ਤੋਂ ਪਹਿਲਾਂ ਅਸੀਂ ਘੱਟੋ ਘੱਟ ਆਪਦੇ ਪਰਤਾ ਤੋਂ ਲਈਏ ਨਾ ਵੀ ਲੋਕ ਸਾਡੇ ਕਿੱਥੋਂ ਕਿੱਥੋਂ ਸਾਡੇ ਨਾਲ ਮਤਲਬ ਅੰਦੋਲਨ ਦੇ ਵਿੱਚ ਸ਼ਾਮਲ ਹੋ ਗਏ। ਅੱਜ ਰੇਲ ਰੋਕੋ ਜੇ ਹੋਣਾ ਤੇ ਪੂਰੇ ਹਿੰਦੁਸਤਾਨ 'ਚ ਹੋਣਾ। ਕਿ ਵੀ 1 ਮਹੀਨੇ 'ਚ ਖਤਮ ਹੋ ਜੇ ਜ਼ਰੂਰੀ ਨਹੀਂ ਕਿ 2 ਮਹੀਨਿਆਂ 'ਚ ਖਤਮ ਹੋਵੇ, ਜ਼ਰੂਰੀ ਨਹੀਂ ਹੈ ਕਿ ਬੀਜੇਪੀ ਦੀ ਸਰਕਾਰ ਦੇ ਰਹਿੰਦਿਆਂ ਖਤਮ ਹੋ ਜੇ ਵੀ ਕੋਈ ਜ਼ਰੂਰੀ ਨਹੀਂ। ਸਾਫ਼ ਜੀ ਗੱਲ ਹੈ, ਚਾਹੇ ਉਹਨੂੰ ਮੋਦੀ ਚਲਾ ਰਿਹਾ ਹੋਵੇ, ਚਾਹੇ ਕਿਸੇ ਸਮੇਂ ਇੰਦਰਾ ਗਾਂਧੀ ਚਲਾਉਂਦੀ ਰਹੀ ਹੈ, ਇਕੱਲੀ ਚਲਾਉਂਦੀ ਰਹੀ ਹੈ, ਕਿਸੇ ਦੀ ਬਾਤ ਥੋੜੀ ਪੁੱਛਦੀ ਰਹੀ ਹੈ ਉਹ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਔਨ 에ਅਰ ਟੀਵੀ ਤੇ ਮੈਂ ਹਾਂ ਰਮਨ ਧੂਰ। ਇਸ ਵੇਲੇ ਅਸੀਂ ਰਸੋਈ ਢਾਬੇ ਦੇ ਉੱਤੇ ਮੌਜੂਦ ਹਾਂ ਤੇ ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਮੌਜੂਦ ਨੇ। ਸਰ, ਸਭ ਤੋਂ ਪਹਿਲਾਂ ਤਾਂ ਇਹ ਜਾਣਦੇ ਇਸ ਤੋਂ ਪਹਿਲਾਂ ਕਿ ਅਗਲਾ ਜਿਹੜੀ ਰਣਨੀਤੀ ਦਿੱਤੀ ਗਈ ਹੈ ਕਿਸਾਨ ਆਗੂਆਂ ਵੱਲੋਂ, ਉਹਦੇ ਤੇ ਗੱਲ ਕਰੀਏ। ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਮਹਾ ਪੰਚਾਇਤ ਦਾ ਜਿਹੜਾ ਰੂਪ ਦੇਖਣ ਨੂੰ ਮਿਲਿਆ ਤੇ ਬਹੁਤ ਭਰਵਾਂ ਹੁੰਗਾਰਾ ਜਿਹੜਾ ਸਾਡੇ ਲੋਕਾਂ ਨੇ ਦਿਖਾਇਆ। ਉਹਦਾ ਜਿਹੜਾ ਹੁੰਗਾਰੇ ਨੂੰ ਜਿਹੜੇ ਕਿਸਾਨ ਆਗੂ ਕਿਵੇਂ ਲੈ ਰਹੇ ਆ ਤੇ ਕੀ ਲੱਗ ਰਿਹਾ ਕਿ ਉਹਦਾ ਕੁਝ ਅਸਰ ਦੇਖਣ ਨੂੰ ਮਿਲ ਰਿਹਾ ਮੋਰਚੇ ਦੇ ਉੱਤੇ? ਦੇਖੋ, ਮੋਰਚੇ ਦੇ ਵਿੱਚ ਸਾਰੇ ਲੋਕ ਸ਼ਾਮਲ ਨਹੀਂ ਹੁੰਦੇ ਜੀ। ਜਿਹੜੇ ਲੋਕ ਮਗਰ ਬੈਠੇ ਵੀ ਅੰਦੋਲਨ ਕਰ ਰਹੇ, ਜਿਹੜਾ ਕੁਝ ਉਹ ਕੀਤਾ ਉਹਨਾਂ ਨੇ ਜਾਂ ਸੜਕਾਂ ਤੇ ਆ ਰਹੇ ਨੇ ਜਾਂ 18 ਤਰੀਕ ਨੂੰ ਵੀ ਆਉਣਗੇ ਜੀ, ਉਹ ਵੀ ਮਤਲਬ ਮੋਰਚੇ ਦਾ ਪਾਰਟ ਹੁੰਦੇ ਆ। ਜਿਸ ਤਰੀਕੇ ਦੇ ਨਾਲ ਸਾਡੇ ਲੋਕ ਲੜ ਰਹੇ ਨੇ, ਜਿਹੜੇ ਮਹਾ ਪੰਚਾਇਤਾਂ ਕਰਕੇ ਸਾਡੇ ਅੰਦੋਲਨ ਦਾ ਸਮਰਥਨ ਕਰ ਰਹੇ ਨੇ, ਉਹ ਇੱਕ ਬਹੁਤ ਵੱਡਾ ਹੁੰਗਾਰਾ ਇਸ ਅੰਦੋਲਨ ਨੂੰ ਮਿਲ ਰਿਹਾ ਹੈ ਔਰ ਉਹਨਾਂ ਦਾ ਹਾਂ ਪੱਖੀ ਹੁੰਗਾਰਾ ਇਹ। ਔਰ ਉਹਦੇ ਨਾਲ ਮਤਲਬ ਸਾਡੇ ਇੱਥੇ ਅੰਦੋਲਨਕਾਰੀ ਜਿਹੜੇ ਵੀਰ ਬੈਠੇ ਨੇ, ਮਨ ਲਾ ਕੇ ਇੱਥੇ ਟਰਾਲੀਆਂ 'ਚ ਬੈਠੇ ਨੇ ਔਰ ਲਗਾਤਾਰ ਮੇਰਾ ਖਿਆਲ ਹੈ 3 ਮਹੀਨਿਆਂ ਦੇ ਨੇੜੇ ਪਹੁੰਚ ਗਏ ਅਸੀਂ। ਔਰ ਉੱਥੇ ਜਿਹੜੇ ਡਟ ਕੇ ਬੈਠੇ ਨੇ ਉਹਨਾਂ ਦਾ ਹੌਸਲੇ ਵੀ ਮਤਲਬ ਬੁਲੰਦ ਹੁੰਦੇ ਨੇ ਔਰ ਉਹਦੇ ਨਾਲ ਸਾਡਾ ਮਤਲਬ 2 ਕਦਮ ਅੱਗੇ ਵਧਾਂਗੇ, ਅਸੀਂ ਮਜ਼ਬੂਤੀ ਵੱਲ ਨੂੰ ਜਾਵਾਂਗੇ। ਔਰ ਪੂਰੇ ਦੇਸ਼ ਦੇ ਵਿੱਚ ਇਦੋਂ ਵੀ ਕਹਾਂ ਮੈਂ ਤਾਂ ਗੱਲ ਕਹੂੰਗਾ ਕਿ ਜਿਹੜਾ ਪੰਜਾਬ ਤੇ ਹਰਿਆਣਾ ਹੈ ਇਹ ਆਪਣੇ ਆਪ ਮਤਲਬ ਇੱਕ ਤਰ੍ਹਾਂ ਦਾ ਉਬਾਲ ਬਣ ਚੁੱਕਿਆ ਹੈ, ਇਹ ਉੱਠ ਖੜਿਆ ਹੈ। ਇਹਨੂੰ ਕੋਈ ਮਤਲਬ ਹੁਣ ਮਹਾ ਪੰਚਾਇਤਾਂ ਦੀ ਮੈਨੂੰ ਲੱਗਦਾ ਲੋੜ ਵੀ ਨਹੀਂ ਰਹਿਣੀ। ਸਾਨੂੰ ਅਗਰ ਮਹਾ ਪੰਚਾਇਤਾਂ ਦੀ ਲੋੜ ਹੈ ਤਾਂ ਉਹ ਯੂਪੀ ਦੇ ਵੱਲ ਨੂੰ ਲੋੜ ਹੈ, ਸਾਨੂੰ ਮੱਧ ਪ੍ਰਦੇਸ਼ ਵੱਲ ਨੂੰ ਲੋੜ ਹੈ, ਸਾਨੂੰ ਕਰਨਾਟਕਾ, ਕੇਰਲਾ, ਮਹਾਰਾਸ਼ਟਰ ਇੱਧਰਲੇ ਪਾਸੇ ਨੂੰ ਲੋੜ ਹੈ। ਤਾਂ ਸਾਡੀ ਅਗਲੀ ਜਿਹੜੀ ਮਤਲਬ ਕੋਸ਼ਿਸ਼ ਹੋਏਗੀ ਉੱਧਰਲੇ ਪਾਸੇ ਮਹਾ ਪੰਚਾਇਤਾਂ ਕਰਕੇ ਅਸੀਂ ਇਸ ਅੰਦੋਲਨ ਨੂੰ ਉੱਧਰੋਂ ਮਤਲਬ ਮਜ਼ਬੂਤ ਕਰਕੇ ਠਾਕੇ ਲੈ ਕੇ ਆਉਣ ਦਾ ਅਸੀਂ ਪ੍ਰਯਾਸ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਬਹੁਤ ਵੱਡੀ ਪੱਧਰ ਦੇ ਉੱਤੇ, ਕਿਉਂਕਿ ਉਹ ਵੀ ਇੱਕ ਅੰਦੋਲਨ ਦਾ ਮੈਂ ਪਹਿਲਾਂ ਦੱਸਿਆ ਕਿ ਪਾਰਟ ਹੁੰਦਾ ਹੈ ਜਿਹੜੀਆਂ ਮਹਾ ਪੰਚਾਇਤਾਂ ਹੁੰਦੀਆਂ ਔਰ ਵਧੀਆ ਹੋ ਰਿਹਾ ਉਹ। ਜੀ, ਕੀ ਇਸ ਮਾਮਲੇ ਦੇ ਵਿੱਚ ਕੋਈ ਰਣਨੀਤੀ ਜਿਹੜੀ ਆ ਤਿਆਰ ਕਰ ਲਈ ਗਈ ਆ? ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਇਸ ਮੋਰਚੇ ਨੂੰ ਤੇ ਥੋੜੀ ਬਹੁਤੀ ਜਿਹੜੀਆਂ ਇਹਨਾਂ ਸਟੇਟਾਂ ਤੋਂ, ਜੇ ਪੰਜਾਬ ਹਰਿਆਣੇ ਨੂੰ ਛੱਡੀਏ ਤੇ ਇਹਨਾਂ ਸਟੇਟਾਂ ਤੋਂ ਸ਼ਮੂਲੀਅਤ ਦੇਖੀ ਵੀ ਗਈ ਆ ਲੋਕਾਂ ਦੀ। ਕੀ ਜਿਹੜੀ ਇਦਾਂ ਦੀ ਕੋਈ ਰਣਨੀਤੀ ਜਿਹੜੀ ਆ ਘੜ ਲਈ ਗਈ ਆ ਜਿਹਦੇ ਬਾਰੇ ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲੇ ਸਮੇਂ 'ਚ ਆਪਾਂ ਉੱਥੇ ਵੀ ਕੁਝ ਇਦਾਂ ਦਾ ਕਰ ਸਕਦੇ? ਇਹ ਹੋਏਗਾ ਜਿਵੇਂ ਹੁਣ ਮਤਲਬ 21 ਤਰੀਕ ਨੂੰ ਉੱਤਰਾਖੰਡ ਦੇ ਵਿੱਚ ਮਤਲਬ ਇੱਕ ਬਹੁਤ ਵੱਡੀ ਪੰਚਾਇਤ ਹੋ ਰਹੀ ਹੈ ਜੀ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਬਿਹਾਰ ਦੇ ਵਿੱਚ ਇੱਕ ਵੱਡੀ ਪੰਚਾਇਤ ਹੋ ਕੇ ਹਟੀ ਹੈ। ਪਿਛਲੇ ਦਿਨਾਂ ਦੇ ਵਿੱਚ ਬੰਗਲੌਰ ਦੇ ਵਿੱਚ ਇੱਕ ਬਹੁਤ ਵੱਡੀ ਸਭਾ ਹੋ ਕੇ ਹਟੀ ਹੈ। ਤਾਂ ਇਹ ਹੋ ਰਹੀਆਂ ਨੇ, ਐਸੀ ਕੋਈ ਗੱਲ ਨਹੀਂ ਹੈ। ਰਣਨੀਤੀ ਘੜਨ ਦੀ ਮੈਨੂੰ ਨਹੀਂ ਲੋੜ ਗੀ, ਜਾ ਕੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈ, ਸੁਨੇਹਾ ਦੇਣ ਦੀ ਲੋੜ ਹੈ ਕਿ ਇਸ ਏਰੀਏ ਦੇ ਵਿੱਚ ਸਾਨੂੰ ਕਿਸਾਨ ਇਕੱਠੇ ਹੋਣੇ ਚਾਹੀਦੇ ਹੈ ਔਰ ਉੱਥੇ ਆਪਾਂ ਗੱਲਬਾਤ ਸਾਂਝੀ ਕਰਨੀ ਹੈ, ਮਹਾ ਪੰਚਾਇਤ ਕਰਨੀ ਹੈ ਤੇ ਕਿਸਾਨ ਆਪਣੇ ਆਪ ਇਕੱਠੇ ਹੋ ਰਹੇ ਨੇ। ਇਸ ਵੇਲੇ ਲੋੜ ਉਧਰਲੇ ਕਿਸਾਨਾਂ ਨੂੰ ਜਗਾ ਕੇ ਉਹਨਾਂ ਨੂੰ ਮੂਵਮੈਂਟ ਦੇ ਵਿੱਚ ਪਾਉਣ ਦੀ ਹੈ। ਤਾਂ ਉਹਦੇ ਵਾਸਤੇ ਅਸੀਂ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਪਲਾਨਿੰਗ ਬਣਾ ਕੇ ਕਿਹੜੇ ਸਟੇਟ ਦੇ ਵਿੱਚ ਕਿਦੋਂ ਕਰਨੀ ਹੈ, ਕਿਦੋਂ ਕਰਨੀ ਹੈ, ਉਹ ਬਣਾਉਣ ਦੇ ਅਸੀਂ ਯਤਨ ਕਰਾਂਗੇ। ਪੰਜਾਬ ਦੇ ਵਿੱਚ ਸ਼ੁਰੂਆਤ ਹੋਈ ਹੈ ਜਦੋਂ ਇਸ ਮੋਰਚੇ ਦੀ ਤੇ ਰੇਲਾਂ ਰੋਕਣ ਤੋਂ ਹੋਈ ਸੀ, ਜਦੋਂ ਪੰਜਾਬ ਦੇ ਲੋਕ ਰੇਲਵੇ ਟਰੈਕਸ ਦੇ ਉੱਤੇ ਬੈਠੇ ਸੀਗੇ ਤੇ ਉਦੋਂ ਖੈਰ ਜਿਹੜਾ ਸਰਕਾਰ ਨੇ ਕੋਈ ਬਹੁਤੀ ਗੌਰ ਨਹੀਂ ਸੀ ਕੀਤੀ ਤੇ ਉੱਥੋਂ ਜਿਹੜਾ ਉੱਠ ਕੇ ਜਿਹੜਾ ਮੋਰਚਾ ਵਾ ਦਿੱਲੀ ਦੀਆਂ ਬਰੂਹਾਂ ਤੇ ਆ ਕੇ ਬੈਠਦਾ ਤੇ ਹੁਣ ਵਾਪਸ ਅਸੀਂ ਜਿਹੜੇ ਆ ਰੇਲ ਰੋਕੋ ਜਿਹੜਾ ਇੱਕ ਵੱਡੇ ਪੱਧਰ ਦੇ ਉੱਤੇ ਤੁਸੀਂ ਇੱਕ ਸੱਦਾ ਦਿੱਤਾ ਹੈਗਾ, ਕਿਵੇਂ ਦੇਖਦੇ ਆ ਤੇ ਕੀ ਲੱਗਦਾ ਹੈਗਾ ਕਿ ਇਹਦਾ ਕੋਈ ਸਰਕਾਰ ਦੇ ਜਿਹੜੇ ਆ ਕੰਨ ਤੇ ਜੂੰ ਸਰਕੂ ਕੋਈ ਅਸਰ ਦਿਖੂਗਾ? ਉਹ ਜਿਹੜਾ ਰੇਲ ਰੋਕੋ ਸੀ ਉਹ ਕੇਵਲ ਪੰਜਾਬ ਵੱਲੋਂ ਸੀ ਜੀ। ਪੰਜਾਬ ਨੇ ਰੋਕਿਆ, ਰੋਕ ਕੇ ਰੱਖਿਆ। ਅੱਜ ਰੇਲ ਰੋਕੋ ਜੇ ਹੋਣਾ ਤੇ ਪੂਰੇ ਹਿੰਦੁਸਤਾਨ 'ਚ ਹੋਣਾ। ਇਸ ਰੇਲ ਰੋਕੋ ਦਾ ਤੇ ਉਸ ਰੇਲ ਰੋਕੋ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਕਰਕੇ ਇਹ ਇੱਕ ਤਰ੍ਹਾਂ ਦਾ ਮਤਲਬ ਟੈਸਟ ਹੈ, ਕਿੱਥੇ ਕਿੱਥੇ ਅਸੀਂ ਸਫਲ ਹੁੰਦੇ ਹਾਂ, ਕਿੱਥੇ ਕਿੱਥੇ ਕੀ ਕੁਛ ਹੁੰਦਾ ਹੈ। ਉਹ ਕਰਨ ਵੱਲ ਮਤਲਬ ਅਸੀਂ ਵਧੇ ਹੋਏ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ 18 ਤਰੀਕ ਨੂੰ। ਜਿਵੇਂ ਪਿੱਛੇ ਸਾਡਾ ਸੜਕ ਆਵਾਜਾਈ ਜਿਸ ਦਿਨ ਲੋਕ ਮਤਲਬ ਸੜਕਾਂ ਤੇ ਆਏ ਨੇ ਉਹਨੂੰ ਭਰਵਾਂ ਹੁੰਗਾਰਾ ਮਿਲਿਆ ਔਰ ਜੇ ਉਹਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਮੈਨੂੰ ਲੱਗਦਾ ਇਹ ਵੀ ਇੱਕ ਮਤਲਬ ਵੱਡਾ ਭਰਵਾਂ ਹੁੰਗਾਰਾ ਮਿਲੇਗਾ ਇਹਨੂੰ। ਔਰ ਸਰਕਾਰ ਦੇ ਜਿਹੜੀ ਤੁਸੀਂ ਕਹਿੰਦਾ ਕੰਨ ਤੇ ਜੂੰ ਸਰਕੇਗੀ, ਸਰਕਾਰ ਦੇ ਕੰਨ ਤੇ ਜੂੰ ਸਰਕਾਉਣ ਤੋਂ ਪਹਿਲਾਂ ਅਸੀਂ ਘੱਟੋ ਘੱਟ ਆਪਦੇ ਪਰਤਾ ਤੋਂ ਲਈਏ ਨਾ ਵੀ ਲੋਕ ਸਾਡੇ ਕਿੱਥੋਂ ਕਿੱਥੋਂ ਸਾਡੇ ਨਾਲ ਮਤਲਬ ਅੰਦੋਲਨ ਦੇ ਵਿੱਚ ਸ਼ਾਮਲ ਹੋ ਗਏ ਨੇ। ਅਗਲੀ ਜਿਹੜੀ ਗੱਲ ਹੈ ਕਿ ਸਰਕਾਰ ਨਾਲੋਂ ਲੋੜ ਲੜਾਈ ਦੇ ਵਿੱਚ ਇਸ ਗੱਲ ਦੀ ਜ਼ਿਆਦਾ ਹੈ ਕਿ ਕਾਰਪੋਰੇਟ ਲੋਕਾਂ ਨੂੰ ਸਮਝ ਕਿੰਨੀ ਛੇਤੀ ਆਉਂਦੀ ਹੈ। ਕਾਰਪੋਰੇਟਾਂ ਦੇ ਨਾਲ ਅਗਲੇ ਪਾਸੇ
ਗੈਟ ਨੂੰ ਜਾਂ ਅਮਰੀਕਾ ਨੂੰ ਸਮਝ ਕਿੰਨੀ ਛੇਤੀ ਆਉਂਦੀ ਹੈ, ਇਸ ਅੰਦੋਲਨ ਨੂੰ ਕਿਵੇਂ ਲੈਂਦੀ ਹੈ ਉਹ। ਅਗਰ ਅਮਰੀਕਾ ਪਿੱਛੇ ਹਟਦਾ ਹੈ, ਗੈਟ ਪਿੱਛੇ ਹਟਦਾ ਹੈ, ਫਿਰ ਸਮਝ ਲਓ ਫਿਰ ਸਰਕਾਰ ਨੂੰ ਪਿੱਛੇ ਹਟਣ ਦੇ ਵਿੱਚ ਕੋਈ ਦਿੱਕਤ ਨਹੀਂ, ਕੋਈ ਲੰਮਾ ਸਮਾਂ ਨਹੀਂ ਲੱਗੇਗਾ। ਔਰ ਇਹੀ ਕਾਰਨ ਹੈ ਕਿ ਗੈਟ ਵਰਗੀਆਂ ਜਿਹੜੀਆਂ ਮਤਲਬ ਸੰਸਥਾਵਾਂ ਨੇ ਜਾਂ ਕਾਰਪੋਰੇਟ ਜਿਹੜੇ ਘਰਾਣੇ ਨੇ, ਉਹ ਜਿਸ ਢੰਗ ਦੇ ਨਾਲ ਸਾਡੀ ਜ਼ਮੀਨ ਨੂੰ ਲੈਣ ਵਾਸਤੇ ਪੂਰਾ ਯਤਨਸ਼ੀਲ ਨੇ, ਉਹਨੂੰ ਪਿੱਛੇ ਹਟਾਉਣ ਵਾਸਤੇ ਸਾਨੂੰ ਅੰਦੋਲਨ ਲੰਬਾ, ਇਹ ਕਿੰਨਾ ਵੀ ਲੰਬਾ ਲੜਨਾ ਪੈ ਸਕਦਾ ਹੈ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਵੀ 1 ਮਹੀਨੇ 'ਚ ਖਤਮ ਹੋ ਜਾਏ, ਜ਼ਰੂਰੀ ਨਹੀਂ ਕਿ 2 ਮਹੀਨਿਆਂ 'ਚ ਖਤਮ ਹੋਵੇ, ਜ਼ਰੂਰੀ ਨਹੀਂ ਹੈ ਕਿ ਬੀਜੇਪੀ ਦੀ ਸਰਕਾਰ ਦੇ ਰਹਿੰਦਿਆਂ ਖਤਮ ਹੋ ਜਾਏ, ਵੀ ਕੋਈ ਜ਼ਰੂਰੀ ਨਹੀਂ। ਕਿਉਂਕਿ ਅਗਲੀਆਂ ਸਰਕਾਰਾਂ ਵੀ ਜਿਹੜੀਆਂ ਆਉਣੀਆਂ ਨੇ ਉਹ ਵੀ ਉਹੀ ਕੁਛ ਆਉਣਾ ਹੈ। ਜੇ ਸਰਕਾਰ ਪਹਿਲਾਂ ਜਿਹੜੀ ਜਿਵੇਂ ਕਾਂਗਰਸ ਦੀ ਸਰਕਾਰ ਰਹੀ ਹੈ, ਗੈਟ ਦੇ ਉੱਤੇ ਸਾਈਨ ਕਾਂਗਰਸ ਦੀ ਸਰਕਾਰ ਨੇ ਕੀਤੇ ਨੇ, ਤੇ ਜਿਹੜੀ ਨੇ ਮਤਲਬ ਸਾਡੀ ਮੌਤ ਦੇ ਵਾਰੰਟਾਂ ਤੇ ਸਾਈਨ ਕੀਤੇ ਹੈ, ਗੈਟ ਦੇ ਉੱਤੇ ਸਾਈਨ ਕੀਤੇ ਹੈ, ਉਹ ਸਰਕਾਰ ਜੇ ਦੁਬਾਰਾ ਆ ਵੀ ਜਾਏਗੀ ਤੇ ਉਹਦੇ ਤੋਂ ਕੀ ਅਸੀਂ ਉਮੀਦ ਰੱਖਾਂਗੇ ਕਿ ਉਹ ਸਾਡੇ ਲਈ ਸਾਡੀ ਜ਼ਮੀਨ ਨੂੰ ਬਚਾਉਣ ਲਈ ਕੋਈ ਸਟੈਪ ਚੱਕੇਗੀ। ਕਿ ਮੋਦੀ ਔਰ ਸ਼ਾਹ ਜੋੜੀ ਤੇ ਅਬਾਨੀ ਔਰ ਅਡਾਨੀ, ਇਹ 4 ਲੋਕ ਹੀ ਦੇਸ਼ ਨੂੰ ਚਲਾ ਰਹੇ, ਤੁਸੀਂ ਕਿੰਨਾ ਕੁ ਸਹਿਮਤ ਇਸ ਚੀਜ਼? ਮੈਂ ਬੇਨਤੀ ਇਹ ਕਰਦਾ, ਇਹ ਇੱਕ ਜੁਮਲੇਬਾਜ਼ੀਆਂ ਵਾਲੀਆਂ ਗੱਲਾਂ, ਇਹ ਗੱਲਾਂ ਕਰਨੀਆਂ ਕੋਈ ਮਤਲਬ ਵਾਜਬ ਨਹੀਂ ਹੁੰਦੀਆਂ ਰਾਜਨੀਤਿਕ ਬੰਦਿਆਂ ਵਾਸਤੇ। ਨਾ ਮੈਂ ਹੀ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਰੱਖਦਾ। ਮੈਂ ਤਾਂ ਇਹ ਮੰਨੂਗਾ ਕਿ ਬੀਜੇਪੀ ਸਰਕਾਰ ਹੈ, ਉਧਰਲੇ ਪਾਸੇ ਕਾਂਗਰਸ ਦੀ ਸਰਕਾਰ ਸੀ। ਸਾਫ਼ ਜੀ ਗੱਲ ਹੈ, ਚਾਹੇ ਉਹਨੂੰ ਮੋਦੀ ਚਲਾ ਰਿਹਾ ਹੋਵੇ, ਚਾਹੇ ਕਿਸੇ ਸਮੇਂ ਇੰਦਰਾ ਗਾਂਧੀ ਚਲਾਉਂਦੀ ਰਹੀ ਹੈ, ਇਕੱਲੀ ਚਲਾਉਂਦੀ ਰਹੀ ਹੈ, ਕਿਸੇ ਦੀ ਬਾਤ ਥੋੜੀ ਪੁੱਛਦੀ ਰਹੀ ਹੈ। ਉਹ ਐਮਰਜੈਂਸੀ ਲਾਈ, ਆਪਦੀ ਮਰਜ਼ੀ ਨਾਲ ਲਾਤੀ ਸੀ, ਔਰ ਲੋਕ ਸਾਰੇ ਦਾ ਸਾਰਾ ਚੱਕ ਕੇ ਭਾਰਤ ਮਤਲਬ ਜੇਲ੍ਹ ਸਿੱਟਦਾ ਸੀ ਉਸਨੇ। ਤਾਂ ਇਹ ਚੱਲਦਾ ਹੀ ਆਇਆ ਸਾਡੇ ਨਾਲ, ਇਹ ਕੋਈ ਅੱਜ ਪਹਿਲੀ ਵਾਰੀ ਨਹੀਂ ਹੋਣਾਗਾ। ਇਹ ਜਦੋਂ ਵੀ ਹੋਏਗਾ ਸਾਰਾ ਕੁਝ ਹੁੰਦਾ ਰਹਿੰਦਾ। ਤੇ ਪਰ ਮੈਂ ਕਹੂੰਗਾ ਵੀ ਰਾਜਨੀਤੀ ਨਾਲੋਂ ਕਿਤੇ ਸੱਚੀਓ ਇਮਾਨਦਾਰੀ ਨਾਲ ਲੋਕਾਂ ਦੇ ਪੱਖ 'ਚ ਖੜ ਜਾਣ ਤਾਂ ਸ਼ਾਇਦ ਮਤਲਬ ਇਹਦੀ ਬੰਦ ਖਲਾਸੀ ਛੇਤੀ ਹੋ ਜੇ। ਪਰ ਉਹਨਾਂ ਦੀ ਵੀ ਜਿਹੜੀ ਰਾਜਨੀਤੀ ਹੈ ਨਾ, ਉਹਨਾਂ ਦੇ ਮਨ ਦੀ ਭਾਵਨਾ ਇਹ ਹੈ ਕਿ ਇਹ ਕਾਨੂੰਨ ਨਰਿੰਦਰ ਮੋਦੀ ਦੀ ਸਰਕਾਰ ਦੇ ਹੁੰਦਿਆਂ ਪੂਰੀ ਤਰ੍ਹਾਂ ਲਾਗੂ ਹੋ ਜਾਣੇ ਚਾਹੀਦੇ ਆ। ਇਹ ਉਹਨਾਂ ਦੀ ਭਾਵਨਾ ਹੈ ਜੀ, ਔਰ ਉਹੀ ਉਸੇ ਦੇ ਵਿੱਚੋਂ ਕੰਮ ਕਰ ਰਹੇ ਨੇ। ਨਹੀਂ ਤਾਂ ਜੇ 60-70 ਬੰਦੇ ਉੱਠ ਕੇ ਉੱਥੇ ਪਾਰਲੀਮੈਂਟ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਦੁਹਾਈ ਪਿੱਟਣ ਤਾਂ ਉੱਥੇ ਮਤਲਬ ਸਰਕਾਰ ਦੇ ਬੋਲਣ ਦੀ ਹਿੰਮਤ ਕਿਵੇਂ ਪੈ ਜੇ? ਆਵਾਜ਼ ਨਹੀਂ ਮੂੰਹੋਂ ਨਿਕਲਣ ਦੇਣੀ ਚਾਹੀਦੀ ਇਹਨਾਂ ਲੋਕਾਂ ਨੂੰ। ਰਾਜ ਸਭਾ ਦੇ ਵਿੱਚੋਂ ਜਿਹੜੇ ਢੰਗ ਨਾਲ ਇਹ ਕਾਨੂੰਨਾਂ ਨੂੰ ਪਾਸ ਕਰਵਾਇਆ ਗਿਆ ਹੈ, ਉਹ ਬਿਲਕੁਲ ਇਲੀਗਲ ਢੰਗ ਨਾਲ ਕਰਵਾਇਆ ਗਿਆ, ਔਰ ਉਹਦੇ ਤੇ ਬੋਲਣ ਨੂੰ ਤਿਆਰ ਨਹੀਂ, ਬਿਲਕੁਲ ਚੁੱਪ ਬੈਠੇ ਨੇ। ਤਾਂ ਇਹਦਾ ਮਤਲਬ ਕੀ ਹੈ ਕਿ ਇਹ ਚਾਹੁੰਦੇ ਹੀ ਇਹ ਨੇ ਕਿ ਇਹ ਕਾਨੂੰਨ ਬਸ ਲਾਗੂ ਹੋਏ ਹੀ ਰਹਿਣ, ਇਹ ਇਵੇਂ ਜਿਵੇਂ ਚੱਲਦਾ ਰਹੇ ਕੰਮ, ਤਾਂ ਕਿ ਸਾਨੂੰ ਮਤਲਬ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੋਂ ਦੁਖੀ ਹੋ ਕੇ ਲੋਕ ਵੋਟਾਂ ਪਾਉਣ, ਸਾਡੀ ਸਰਕਾਰ ਬਣੇ, ਔਰ ਜਦੋਂ ਸਾਡੀ ਸਰਕਾਰ ਬਣੀ ਫਿਰ ਅਸੀਂ ਆਰਾਮ ਨਾਲ ਆਪਦੀ ਮਤਲਬ ਸੱਤਾ ਦਾ ਆਨੰਦ ਭੋਗੀਏ। ਇਹ ਕਾਨੂੰਨ ਉਦੋਂ ਪਹਿਲਾਂ ਲਾਗੂ ਹੋ ਜਾਣ। ਡੱਲੇਵਾਲ ਸਾਹਿਬ, ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦੇ ਹਰਿਆਣੇ 'ਚ ਬੜੇ ਲੰਬੇ ਸਮੇਂ ਤੋਂ ਜਿਹੜਾ ਬੀਜੇਪੀ ਦਾ ਵਿਰੋਧ ਜਿਹੜਾ ਦੇਖਣ ਨੂੰ ਮਿਲ ਰਿਹਾ, ਖਾਸ ਤੌਰ ਤੇ ਜਦੋਂ ਦਾ ਕਿਸਾਨ ਮੋਰਚਾ ਜਿਹੜਾ ਇੱਥੇ ਦਿੱਲੀ ਦੀਆਂ ਬਰੂਹਾਂ ਤੇ ਜੁੜਿਆ ਹੋਇਆ ਹੈ, ਤੇ ਇਸ ਵੇਲੇ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਜਿਹੜਾ ਬਹੁਤ ਡਟਵਾਂ ਜਿਹੜਾ ਵਿਰੋਧ ਪੰਜਾਬ ਦੇ ਲੋਕਾਂ ਵੱਲੋਂ ਜਤਾਇਆ ਗਿਆ ਬੀਜੇਪੀ ਦੇ ਖਿਲਾਫ, ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ, ਇੱਕ ਤਾਂ ਇਹ ਆ ਗੱਲ ਕਿ ਬੀਜੇਪੀ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ, ਉਹਦੀ ਬਿਆਨਬਾਜ਼ੀ ਤੇ ਉਹਦਾ ਪੰਜਾਬੀ ਹੋਣ ਵਾਲਾ ਕੋਈ ਇਦੋਂ ਪਹਿਲਾਂ ਰੋਲ ਅਦਾ ਨਹੀਂ ਕੀਤਾ ਉਹਨਾਂ ਨੇ। ਉਹ ਸਿਰਫ ਇੱਕ ਡਰਾਮੇਬਾਜ਼ੀ ਕਰਦੇ ਰਹੇ ਨੇ। ਤਾਂ ਡਰਾਮੇਬਾਜ਼ੀ ਤੋਂ ਵੀ ਗਾਹਾਂ ਵੱਧ ਕੇ ਉਹਨਾਂ ਨੇ ਤਾਂ ਮਾੜੇ ਵੀ ਬਿਆਨ ਦਿੱਤੇ ਨੇ, ਕਿਸਾਨਾਂ ਦੇ ਖਿਲਾਫ ਵੀ ਬਿਆਨ ਦਿੱਤੇ ਨੇ। ਤੇ ਜਦੋਂ ਇਹੋ ਜਿਹਾ ਕੁਝ ਹੋ ਰਿਹਾ ਹੋਵੇ, ਲੋਕਾਂ ਦੇ ਵਿੱਚ ਆਪਣੇ ਆਪ ਰੋਸ, ਆਪਣੇ ਆਪ ਗੁੱਸਾ, ਆਪਣੇ ਆਪ ਰੋਹ ਆਉਣਾ ਸੁਭਾਵਿਕ ਹੁੰਦਾ। ਅਸੀਂ ਸਾਰੇ ਤਾਂ ਇੱਥੇ ਬੈਠੇ ਹਾਂ, ਲੇਕਿਨ ਸਾਡੇ ਤੋਂ ਬਗੈਰ ਲੋਕ ਮਗਰ ਉੱਥੇ ਜਾ ਕੇ ਇਹਨਾਂ ਦਾ ਜਿਉਣਾ ਹਰਾਮ ਕਰੀ ਬੈਠੇ ਨੇ। ਇਹਨਾਂ ਨੂੰ ਮਤਲਬ ਪੋਲਿੰਗ ਬੂਥਾਂ ਵੱਲ ਨੂੰ ਨਹੀਂ ਵਧਣ ਦੇ ਰਹੇ, ਇਹਨਾਂ ਨੂੰ ਕਾਗਜ਼ ਭਰਨ ਤੱਕ ਨਹੀਂ ਜਾਣ ਦੇ ਰਹੇ। ਤਾਂ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਕੱਲਾ ਪੰਜਾਬ ਨਹੀਂ, ਹੁਣ ਹਰਿਆਣੇ 'ਚ ਵੀ ਇਹ ਕੁਝ ਹੋਏਗਾ, ਆਉਣ ਵਾਲੇ ਦਿਨਾਂ ਦੇ ਯੂਪੀ 'ਚ ਵੀ ਇਹ ਕੁਝ ਹੋਏਗਾ। ਤਾਂ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਜਨ ਅੰਦੋਲਨ ਬਣਦਾ ਜਾ ਰਿਹਾ ਹੈ। ਇਹਨੂੰ ਇਕੱਲੇ ਪੰਜਾਬ ਨਾਲ ਨਾ ਜੋੜ ਕੇ ਵੇਖਿਆ ਜਾਏ, ਇਕੱਲੇ ਹਰਿਆਣੇ ਨਾਲ ਨਾ ਜੋੜ ਕੇ ਵੇਖਿਆ ਜਾਏ। ਇਹਨੂੰ ਜਿੰਨੀ ਛੇਤੀ ਇਹਨੂੰ ਸਰਕਾਰ ਇਸ ਮਸਲੇ ਦਾ ਹੱਲ ਕਰਕੇ ਕਾਨੂੰਨਾਂ ਨੂੰ ਵਾਪਸ ਲਏਗੀ, ਉਨਾ ਹੀ ਸਰਕਾਰ ਲਈ ਲਾਭਦਾਇਕ ਹੋਏਗਾ। ਜਿੰਨਾ ਲੇਟ ਕਰੇਗੀ ਉਹਨਾਂ ਸਰਕਾਰ ਲਈ ਨੁਕਸਾਨਦੇਹ ਹੋਏਗਾ। ਮੇਰਾ ਹਰਿਆਣੇ ਦੇ ਵੀ ਇੱਕ ਮੰਤਰੀ ਸਾਹਿਬ ਦੇ ਬਾਰੇ 'ਚ ਇਹ ਪੁੱਛਣਾ ਹੈਗਾ ਕਿ ਰਾਤ ਹੀ ਇੱਕ ਹਰਿਆਣੇ ਦੇ ਮੰਤਰੀ ਸਾਹਿਬ ਹੈਗੇ ਆ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਕਿ ਜਿਹੜੇ ਲੋਕ ਆ ਉਹ ਮਰਦੇ ਹੀ ਹੁੰਦੇ ਆ। ਜੇ ਕਿਸਾਨ ਇੱਥੇ 200-400 ਮਰ ਗਏ ਤੇ ਫਿਰ ਕੀ ਹੋਇਆ? ਜੇ ਉਹ ਪੰਜਾਬ 'ਚ ਹੁੰਦੇ ਤਾਂ ਵੀ ਉਹਨਾਂ ਨੇ ਮਰਨਾ ਸੀ। ਕਿ ਜਿਹੜੇ ਅਸੀਂ ਚੁਣ ਕੇ, ਅਸੀਂ ਹਜ਼ਾਰਾਂ ਲੱਖਾਂ ਲੋਕਾਂ ਦੇ ਵਿੱਚੋਂ ਚੁਣ ਕੇ ਲੋਕਾਂ ਨੂੰ ਅੱਗੇ ਲੈ ਕੇ ਆਉਂਦੇ ਆ ਕਿ ਸਾਡੀ ਰਹਿਨੁਮਾਈ ਕਰਨ, ਸਾਨੂੰ ਸਾਂਭਣ, ਸਾਡੀ ਸੁਰੱਖਿਆ ਬਣਨ, ਇਹਨਾਂ ਲੋਕਾਂ ਤੋਂ ਇਹੋ ਜਿਹੇ ਜਿਹੜੇ ਆ ਬਿਆਨਾਂ ਦੀ ਉਮੀਦ ਕਰਦੇ ਆ ਲੋਕ? ਇਹ ਮੈਂ ਕਹੂੰਗਾ ਕਿ ਬਿਲਕੁਲ ਗੈਰ ਜ਼ਿੰਮੇਵਾਰਾਨਾ ਹੈ। ਉਹ ਲੋਕ ਇਹਨਾਂ ਪਦਵੀਆਂ ਤੇ ਪਹੁੰਚਣ ਦੇ ਕਾਬਿਲ ਹੀ ਨਹੀਂ ਗਏ ਜਿਹੜੇ ਲੋਕ ਇੱਥੇ ਜਾ ਕੇ ਇਹ ਕੁਝ ਬੋਲ ਰਹੇ ਨੇ। ਜਿਹੜੇ ਲੋਕ ਆਪਦੇ ਲੋਕਾਂ ਦੇ ਖਿਲਾਫ ਇਹੋ ਜਿਹੀ ਸ਼ਬਦਾਵਲੀ ਵਰਤਦੇ ਹੋਣ ਤਾਂ ਉਹਨਾਂ ਲੋਕਾਂ ਦਾ ਇਸ ਕੁਰਸੀ ਦੇ ਉੱਤੇ ਪਹੁੰਚਣਾ ਸਾਡੀ ਮੂਰਖਤਾ ਮੈਂ ਮੰਨੂਗਾ ਕਿ ਸਾਡੇ ਲੋਕਾਂ ਨੇ ਮੂਰਖਤਾ ਤੋਂ ਕੰਮ ਲਿਆ। ਉਹਨਾਂ ਲੋਕਾਂ ਦੀ ਪਹਿਚਾਣ ਨਹੀਂ ਕੀਤੀ। ਔਰ ਕੋਈ ਗੱਲ ਨਹੀਂ, ਜਿਹੜਾ ਕੁਝ ਉਹ ਬੋਲ ਰਹੇ ਨੇ ਉਹ ਤਾਂ ਉਹਨਾਂ ਦੀ ਜ਼ੁਬਾਨ ਆਪਣੀ ਹੈ।
ਬੋਲਣ ਦੀ, ਆਉਣ ਵਾਲੇ ਸਮੇਂ ਦੇ ਵਿੱਚ ਲੋਕ ਪਹਿਚਾਣ ਲੈਣਗੇ ਉਹਨਾਂ ਨੂੰ। ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਹੁਣ ਜਿਹੜੀਆਂ ਸਿਆਲਾਂ ਜਿਹੜੇ ਸਰਦੀਆਂ ਦੇ ਵਿੱਚ ਸਾਡੇ ਲੋਕਾਂ ਨੇ ਸਿਦਕ ਦਿਖਾਇਆ ਆਪਣਾ ਕਿ ਅਸੀਂ ਡਟੇ ਬੈਠੇ ਹਾਂ ਚਾਹੇ ਕੁਝ ਵੀ ਹੋ ਜਾਵੇ, ਤੇ ਹੁਣ ਜਿਹੜੀਆਂ ਗਰਮੀਆਂ ਦੀ ਸ਼ੁਰੂਆਤ ਹੋ ਰਹੀ ਆ, ਸਰਕਾਰਾਂ ਤੋਂ ਕੋਈ ਉਮੀਦ ਨਾ ਕੀਤੀ ਸੀ ਲੋਕਾਂ ਨੇ ਤੇ ਨਾ ਹੀ ਕਰ ਰਹੇ ਨੇ। ਕਿਸਾਨ ਆਗੂਆਂ ਦੇ ਵੱਲੋਂ, ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੀ ਜਿਹੜੀਆਂ ਤਿਆਰੀਆਂ ਦੇਖਣ ਨੂੰ ਮਿਲ ਰਹੀਆਂ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਸਾਡੇ ਘਰਾਂ 'ਚ 70 ਵਿਸ਼ੇ ਸਿਰਫ ਇਸ ਲਈ ਕਿਉਂਕਿ ਇੱਥੇ ਕਿਤੇ ਨਾ ਕਿਤੇ ਬਿਮਾਰ ਹੋ ਕੇ ਲੋਕ ਜਿਹੜੇ ਆ ਉਹਨਾਂ ਦੀ ਜਿਹੜੀ ਡੈਥ ਹੋਈ ਹੈਗੀ ਆ। ਹੁਣ ਗਰਮੀਆਂ ਦੇ ਮੱਦੇਨਜ਼ਰ ਕੀ ਕੁਝ ਜਿਹੜੇ ਨਿਯਮ ਲਾਗੂ ਕੀਤੇ ਜਾ ਰਹੇ ਆ, ਕੁਝ ਤਿਆਰੀਆਂ ਕੀਤੀਆਂ ਜਾ ਰਹੀਆਂ ਜਿਹਦੇ ਅੰਡਰ ਲੋਕਾਂ ਨੂੰ ਇੱਥੇ ਸੁਰੱਖਿਅਤ ਰੱਖਿਆ ਜਾ ਸਕੇ? ਤੁਹਾਨੂੰ ਇਸ ਗੱਲ ਦਾ ਪਤਾ ਨਹੀਂਗਾ, ਤੁਹਾਡੀ ਉਮਰ ਛੋਟੀ ਹੈ, ਤੁਸੀਂ ਮੇਰਾ ਖਿਆਲ ਹੈ ਪੜ੍ਹਨ ਦੇ ਵਿੱਚ ਵੀ ਸ਼ਾਇਦ ਉਹ ਨਾ ਪੜ੍ਹਿਆ ਹੋਵੇ। ਸਾਡੇ ਦੇਸ਼ ਦੇ ਲੋਕਾਂ ਨੇ ਕਾਲੇ ਪਾਣੀ ਦੀਆਂ ਸਜ਼ਾਵਾਂ ਭੋਗੀਆਂ। ਉਧਰ ਜਿਹੜੇ ਲੋਕ ਚਲੇ ਜਾਂਦੇ ਸੀ ਨਾ, ਉਹਨਾਂ ਦੇ ਲੋਕਾਂ ਦੇ ਮੁੜ ਕੇ ਵਾਪਸ ਆਉਣ ਦੀ ਉਮੀਦ ਨਹੀਂ ਹੁੰਦੀ ਸੀ। ਔਰ ਜਦੋਂ ਅਸੀਂ ਅੰਦੋਲਨ ਕਰਦੇ ਹਾਂ ਉਦੋਂ ਅਸੀਂ ਸਹੂਲਤਾਂ ਦੀ ਉਮੀਦ ਰੱਖ ਕੇ ਅੰਦੋਲਨ ਨਹੀਂ ਕੀਤਾ ਜਾ ਸਕਦਾ। ਸਹੂਲਤਾਂ ਤੋਂ ਪਾਸੇ ਰਹਿ ਕੇ, ਸਹੂਲਤਾਂ ਇੱਕ ਸਾਈਡ ਤੇ ਰੱਖ ਕੇ ਘਰੇ ਛੱਡ ਕੇ ਆ ਕੇ ਅੰਦੋਲਨ ਲੜ ਰਹੇ ਹਾਂ ਅਸੀਂ। ਗਰਮੀ ਹੋਏਗੀ, ਗਰਮੀ ਦਾ ਵੀ ਮੁਕਾਬਲਾ ਕਰਾਂਗੇ। ਠੰਡ ਹੋਈ ਆ, ਠੰਡ ਦਾ ਵੀ ਮੁਕਾਬਲਾ ਕੀਤਾ ਹੈ। ਔਰ ਇਹ ਕੀਤਾ ਲੋਕਾਂ ਨੇ। ਬਾਰਿਸ਼ ਪਈ ਹੈ ਨਾ, ਲੋਕਾਂ ਨੇ ਬਾਰਿਸ਼ ਦੇ ਵਿੱਚ ਵੀ ਮਤਲਬ ਡਟ ਕੇ ਬੈਠੇ ਰਹੇ ਨੇ। ਗਰਮੀ ਆਏਗੀ ਤੇ ਗਰਮੀ 'ਚ ਵੀ ਡਟ ਕੇ ਬੈਠਣਗੇ, ਮੱਛਰ ਹੋਏਗਾ ਤਾਂ ਮੱਛਰ 'ਚ ਵੀ ਡਟ ਕੇ ਬੈਠਣਗੇ। ਲੇਕਿਨ ਫਿਰ ਵੀ ਜਿੰਨਾ ਸਾਡਾ ਇਮਤਿਹਾਨ ਕਰੜਾ ਹੋਏਗਾ, ਅਸੀਂ ਉਨੀ ਤਿਆਰੀ ਜ਼ਿਆਦਾ ਕਰਾਂਗੇ। ਜਿੰਨੀ ਤਿਆਰੀ ਜ਼ਿਆਦਾ ਹੋਏਗੀ ਉਨੀ ਸਾਡੀ ਸਫਲਤਾ ਜ਼ਿਆਦਾ ਹੋਏਗੀ। ਅੰਦੋਲਨਕਾਰੀ ਆ, ਕੀ ਹੋਇਆ ਹੁਣ ਦਾ ਜਿਹੜਾ ਸਮਾਂ ਆਉਂਦਾ ਹੈ, ਲੇਕਿਨ ਸਰਕਾਰ ਨੂੰ ਜ਼ਰੂਰ ਝੁਕਾਉਣ ਵਾਸਤੇ, ਝੁਕਣ ਵਾਸਤੇ ਮਜਬੂਰ ਕਰਾਂਗੇ। ਮੇਰਾ ਆਖਰੀ ਸਵਾਲ ਹੈ ਡੱਲੇਵਾਲ ਸਾਹਿਬ, ਬਿਨਾਂ ਸ਼ੱਕ ਅਸੀਂ 3 ਕਾਨੂੰਨਾਂ ਨੂੰ ਜਿਹੜਾ ਰੱਦ ਕਰਵਾਉਣ ਦੇ ਲਈ ਇੱਥੇ ਆਏ ਹਾਂ, ਤੇ ਇੱਥੇ ਆਉਂਦਿਆਂ ਸਾਰ ਸਰਕਾਰ ਆਪਣੀਆਂ ਕੋਝੀਆਂ ਚਾਲਾਂ 'ਚ ਕਿਤੇ ਨਾ ਕਿਤੇ ਕਾਮਯਾਬ ਹੁੰਦੀ ਨਜ਼ਰ ਆਈ। ਉਹਨੇ ਖਦੇੜਨ ਦੀ ਕੋਸ਼ਿਸ਼ ਕੀਤੀ, ਬੜਾ ਕੁਝ ਕੀਤਾ ਜਿਹੜੀ ਕਿ ਸਰਕਾਰਾਂ ਵੱਲੋਂ ਹੁੰਦਾ ਹੀ ਆ। ਪਰ ਇਸ ਵੇਲੇ ਜਿਹੜੀਆਂ ਚੁਣੌਤੀਆਂ ਕਿਸਾਨ ਆਗੂਆਂ ਦੇ ਸਾਹਮਣੇ ਬਹੁਤ ਵੱਡੀਆਂ ਉੱਭਰ ਕੇ ਆ ਰਹੀਆਂ, ਚਾਹੇ ਸਾਡੇ ਨੌਜਵਾਨ ਲਾਪਤਾ ਹੋਏ ਆ, ਨਜਾਇਜ਼ ਜਿਹੜੇ ਪਰਚੇ ਕੀਤੇ ਗਏ ਆ, ਨਜਾਇਜ਼ ਜਿਹੜੀਆਂ ਕਿਤੇ ਨਾ ਕਿਤੇ ਹਮਲੇ ਕੀਤੇ ਗਏ ਆ, ਤੇ ਨੌਦੀਪ ਦਾ ਮਾਮਲਾ ਉਹਦੇ ਵਿੱਚ ਕਾਫੀ ਜ਼ਿਆਦਾ ਲੇਟ ਹੋਏ ਅਸੀਂ। ਭਾਵੇਂ ਕਿ ਉਹ ਕੁੜੀ ਪਹਿਲਾਂ ਕਦੀ ਉਹਦਾ ਨਾਤਾ ਜੋੜ ਦਿੱਤਾ ਜਾਂਦਾ ਸੀ ਅੰਦੋਲਨ ਨਾਲ, ਕਦੀ ਤੋੜ ਦਿੱਤਾ ਜਾਂਦਾ ਸੀ, ਪਰ ਬਿਨਾਂ ਸ਼ੱਕ ਉਹ ਇਸ ਮੋਰਚੇ ਦੇ ਵਿੱਚ ਬੈਠੀ ਤੇ ਸਾਡੇ ਪੰਜਾਬ ਦੀ ਧੀ ਆ। ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਕੀ ਅਪਡੇਟ ਹੈਗੀਆਂ ਹੁਣ ਤੱਕ, ਕਿਉਂਕਿ ਤੁਸੀਂ ਇੱਕ ਲੀਗਲ ਜਿਹੜੀ ਆ ਕਮੇਟੀ ਬਿਠਾਈ ਸੀ ਤੇ ਉਹਨੇ ਕਾਫੀ ਹੱਦ ਤੱਕ ਕੰਮ ਵੀ ਕੀਤਾ, ਹੁਣ ਅਪਡੇਟਸ ਕੀ ਹੈਗੀਆਂ ਉਹਦੇ ਬਾਰੇ 'ਚ? ਦੇਖੋ, ਜਿਹੜੀ ਲੀਗਲ ਟੀਮ ਹੈ, ਮੈਂ ਤੁਹਾਨੂੰ ਪਹਿਲਾਂ ਵੀ ਪ੍ਰੈਸ ਨੂੰ ਦੱਸੀ ਹੈ ਗੱਲ ਇਹ ਜੀ, ਕਿ ਜੋ ਵੀ ਇਸ ਅੰਦੋਲਨ ਦੇ ਵਿੱਚ ਕਿਸੇ ਨਾਲ ਨਜਾਇਜ਼ ਹੋਇਆ ਹੈ, ਉਹਦੇ ਪ੍ਰਤੀ ਸੰਯੁਕਤ ਕਿਸਾਨ ਮੋਰਚਾ ਪੂਰੀ ਦੀ ਤਰ੍ਹਾਂ ਸੰਜੀਦਗੀ ਦੇ ਨਾਲ ਇੱਕ ਵਿਅਕਤੀ ਦਾ ਜਿਹੜਾ ਮਾਮਲਾ ਹੈ ਉਹਦਾ ਸੀਰੀਅਸਲੀ ਅਸੀਂ ਉਹਦੇ ਤੇ ਨੋਟਿਸ ਲੈ ਕੇ ਉਹਨੂੰ ਅਸੀਂ ਰਿਹਾ ਕਰਵਾਉਣ ਦਾ ਯਤਨ ਕਰਾਂਗੇ ਔਰ ਕਢਵਾਵਾਂਗੇ। ਡੱਲੇਵਾਲ ਸਾਹਿਬ, ਤੁਸੀਂ ਮੰਨਦੇ ਹੋ ਕਿ ਨੌਦੀਪ ਦੇ ਮਾਮਲੇ 'ਚ ਅਸੀਂ ਕੁਝ ਲੇਟ ਹੋਏ ਹਾਂ? ਨਹੀਂ, ਨੌਦੀਪ ਦੇ ਮੈਂ ਇਹ ਕਹੂੰਗਾ ਕਿ ਸਾਨੂੰ ਇਸ ਟੌਪਿਕ ਦੇ ਉੱਤੇ ਇਹ ਇਸ਼ੂ ਕਿਸਾਨ ਅੰਦੋਲਨ ਦਾ ਇਸ਼ੂ ਨਹੀਂ ਹੈ। ਇਹਦੇ ਤੇ ਮੈਨੂੰ ਨਹੀਂ ਲੱਗਦਾਗਾ ਵੀ ਸਾਨੂੰ ਇਸ ਮਾਮਲੇ ਦੇ ਉੱਤੇ ਕੋਈ ਵਿਚਾਰ ਚਰਚਾ ਦੀ ਲੋੜ ਹੈ। ਪਰ ਸਰ, ਇਸ ਵੇਲੇ ਕਿੰਨਾ ਕੁ ਜ਼ਰੂਰੀ ਆ ਕਿ ਅਸੀਂ ਅਸੀਂ ਇਹਨਾਂ ਚੀਜ਼ਾਂ ਨੂੰ ਨਾ ਵੰਡੀਏ, ਜੋ ਵੀ ਸਾਡੇ ਬੱਚੇ ਆ, ਸਾਡੇ ਹੀ ਲੋਕ ਆ, ਜੇ ਅਸੀਂ ਇਹਨਾਂ ਚੀਜ਼ਾਂ ਨੂੰ ਵੰਡਣ ਲੱਗ ਜਾਂਦੇ ਤੇ ਫਿਰ ਕਿਸਾਨ ਅੰਦੋਲਨ ਦੇ ਉੱਤੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇਨਸਿਕਿਉਰਿਟੀ ਨਹੀਂ ਹੋਊਗੀ ਕਿ ਕੱਲ ਨੂੰ ਇਹ ਕਿਹਾ ਜਾ ਸਕਦਾ ਵੀ ਅਸੀਂ ਤਾਂ ਇਹ ਤਾਂ ਸਾਡੇ ਨਾਲ ਨਹੀਂ ਸੀਗੇ ਜਾਂ ਸਾਡੇ ਨਾਲ ਨਹੀਂ ਸੀ? ਨਹੀਂ, ਇਹ ਨਹੀਂ ਹੈ। ਮੈਂ ਫਿਰ ਬੇਨਤੀ ਕਰਦਾ ਪ੍ਰੈਸ ਨੂੰ, ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਅਜਿਹੇ ਜਿਹੇ ਕੰਟਰੋਵਰਸਲ ਵਿਚਾਰਾਂ ਦੇ ਉੱਤੇ ਸਾਨੂੰ ਬਹਿਸਬਾਜ਼ੀ ਨਹੀਂ ਕਰਨੀ ਚਾਹੀਦੀ। ਬੜੀਆਂ ਸਪਸ਼ਟ ਗੱਲਾਂ ਨੇ। ਅਸੀਂ ਕਿਸਾਨ ਅੰਦੋਲਨ 3 ਕਾਨੂੰਨਾਂ ਨੂੰ ਲੈ ਕੇ ਲੜ ਰਹੇ ਹਾਂ ਔਰ ਇੱਥੋਂ ਦੇ ਲੋਕਾਂ ਦਾ ਸਾਨੂੰ ਭਰਪੂਰ ਸਹਿਯੋਗ ਆ ਬੈਠੇ ਨੇ, ਇਹਨਾਂ ਲੋਕਾਂ ਨੇ ਕਿੰਨਾ ਸਹਿਯੋਗ ਦਿੱਤਾ ਹੈ। ਸਾਰੇ ਦਾ ਸਾਰਾ ਮਤਲਬ ਹੋਟਲ ਖੋਲ੍ਹਤਾ, ਦੁਕਾਨਾਂ ਖੋਲ੍ਹਤੀਆਂ, ਉਧਰਲੇ ਪਾਸੇ ਲੋਕਾਂ ਨੇ ਆਪਦੇ ਘਰਾਂ ਦੇ ਬਾਹਰ ਖੋਲ੍ਹਤੇ। ਲੋਕ ਘਰਾਂ ਦੇ ਵਿੱਚ ਜਾ ਕੇ ਲੈਟਰਿਨ ਬਾਥਰੂਮ ਜੋ ਮਰਜ਼ੀ ਕਰਦੇ ਨੇ, ਜਿੱਥੇ ਮਰਜ਼ੀ ਨਾਈਟ ਸਟੇ ਹੁੰਦੀ ਹੈ, ਜਿੱਥੇ ਮਰਜ਼ੀ ਆਰਾਮ ਕਰਦੇ ਨੇ। ਅਗਰ ਸਾਨੂੰ ਲੋੜ ਹੈ ਨਾ ਇੱਥੇ ਉਹਨਾਂ ਲੋਕਾਂ ਦਾ ਸਹਿਯੋਗ ਲੈਣ ਦੀ, ਉਹਨਾਂ ਲੋਕਾਂ ਦਾ ਸਹਿਯੋਗ ਲੈਣਾ ਸਾਡੀ ਲੋੜ ਨਹੀਂ ਹੈ। ਅੰਦੋਲਨਕਾਰੀ ਦੇਸ਼ ਦੇ ਵਿੱਚ, ਤੁਹਾਡੀ ਉਮਰ ਛੋਟੀ ਹੈ, ਨਹੀਂ ਪਤਾ ਤੁਹਾਨੂੰ, ਅਸੀਂ ਅੱਤਵਾਦ ਵੇਖਿਆ ਭਾਰਤ ਪੰਜਾਬ ਦੇ ਵਿੱਚ। ਜਦੋਂ ਲੋਕਾਂ ਦਾ ਸਹਿਯੋਗ ਰਿਹਾ ਉਹਨਾਂ ਚਿਰ ਉਹਨਾਂ ਦੀ ਵਾਹਵੰਨੀ ਕੋਈ ਨਹੀਂ ਵੇਖ ਸਕਿਆ, ਔਰ ਜਦੋਂ ਲੋਕਾਂ ਦਾ ਸਹਿਯੋਗ ਟੁੱਟਿਆ ਉਦੋਂ ਅੰਦੋਲਨ ਖਤਮ ਹੋਏ। ਸੋ ਇਸ ਕਰਕੇ ਸਾਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਲੋਕਾਂ ਦੇ ਸਹਿਯੋਗ ਨੂੰ ਮੁੱਖ ਰੱਖ ਕੇ ਹੀ ਸਾਡੇ ਇੱਥੋਂ ਦੇ ਜਿਹੜੇ ਸਾਡੇ ਅੰਦੋਲਨਕਾਰੀ ਨੇ ਪਹੁੰਚੇ ਨੇ, ਉਹਨਾਂ ਨੂੰ ਲੋਕਾਂ ਦੇ ਸਹਿਯੋਗ ਨੂੰ ਮੁੱਖ ਰੱਖ ਕੇ ਸਟੈਪ ਚੱਕਣਾ ਚਾਹੀਦਾ ਹੈ, ਨਾ ਕਿ ਜਿਹੜਾ ਲੋਕਾਂ ਦਾ ਸਹਿਯੋਗ ਸਾਡੇ ਨਾਲ ਟੁੱਟੇ ਉਹਦੇ ਲਈ ਫਿਰ ਬਹੁਤ ਸਾਰੇ ਸਾਡੇ ਲਈ ਵੀ ਮੁਸ਼ਕਲਾਂ ਖੜੀਆਂ ਹੁੰਦੀਆਂ। ਸ਼ੁਕਰੀਆ ਸਰ।
ਸੋ ਇਹ ਸਨ ਜਗਜੀਤ ਸਿੰਘ ਡੱਲੇਵਾਲ ਸਾਹਿਬ। ਇਹਨਾਂ ਨੇ ਜਿਹੜੀਆਂ ਦੱਸੀਆਂ ਹੈਗੀਆਂ ਕਿ ਕੀ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀਆਂ ਜਾ ਰਹੀਆਂ ਤੇ ਬਿਨਾਂ ਸ਼ੱਕ ਜਿਹੜਾ ਸਹਿਯੋਗ ਚਾਹੀਦਾ ਪਰ ਹਰ ਤਰੀਕੇ ਦੇ ਨਾਲ ਹਰ ਪੱਖ ਤੋਂ ਜਿਹੜੇ ਵੀ ਲੋਕ ਇਸ ਅੰਦੋਲਨ ਦੇ ਨਾਲ ਜੁੜ ਰਹੇ ਨੇ ਜੇ ਉਹਨਾਂ ਦੇ ਉੱਤੇ ਕੋਈ ਤਕਲੀਫਾਂ ਆਉਂਦੀਆਂ ਤੇ ਉਹਨਾਂ ਨੂੰ ਸਾਨੂੰ ਆਪਣੇ ਸਮਝ ਕੇ ਜਿਹੜਾ ਕੰਮ ਜਿਹੜਾ ਹੈਗਾ ਬਹੁਤ ਜਲਦੀ ਉਹਨਾਂ ਦੇ ਹਿੱਤ ਵਿੱਚ ਕਰਨਾ ਹੋਊਗਾ। ਸੋ ਤੁਸੀਂ ਦੇਖ ਰਹੇ ਹੋ ਔਨ 에ਅਰ ਟੀਵੀ। ਮੈਂ ਰਮਨ ਤੂਰ, ਕੈਮਰਾਮੈਨ ਗਗਨ ਦੇ ਨਾਲ।